ਹਿੰਦੁਸਤਾਨ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ ਤੇ ਯੋਧਿਆਂ ਦੀ ਧਰਤੀ ਹੈ। ਅੱਜ ਤੋਂ 400 ਵਰ੍ਹੇ ਪਹਿਲਾਂ ਹਿੰਦੁਸਤਾਨ ਦੇ ਸੂਬੇ ਪੰਜਾਬ ਦੀ ਧਰਤੀ ਤੇ ਪਾਵਨ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਮਹਿਲ ਸਥਾਨ ਤੇ ਤਪ ਤੇ ਵੈਰਾਗ ਦੀ ਮੂਰਤ, ਤੇਗ ਦੇ ਧਨੀ, ਧਰਮ ਰੱਖਿਅਕ, ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਵੈਸਾਖ ਵਦੀ 5 ਸੰਮਤ 1678 ਬਿਕਰਮੀ ਨੂੰ ਅਵਤਾਰ ਧਾਰਿਆ। जाग ले हो रे मना जाग ले हो, जाग ले हो रे मना जाग ले हो, जाग ले हो रे मना जाग ले हो। जाग ले हो रे मना जाग ले हो, जाग ले हो रे मना जाग ले हो। कहाँ गाफल सोया, कहाँ गाफल सोया, कहाँ गाफल सोया। जाग ले हो रे मना जाग ले हो, जाग ले हो रे मना जाग ले हो। ਬਾਲਪਣ ਤੋਂ ਹੀ ਵੈਰਾਗੀ ਤੇ ਤਿਆਗੀ ਸੁਭਾਅ ਵਾਲੇ, ਦੁੱਖ ਸੁੱਖ ਧਨ ਦੌਲਤ ਤੋਂ ਨਿਰਲੇਪ ਰਹਿਣ ਵਾਲੇ, ਧੀਰਜਵਾਨ, ਜ਼ਹੀਨ ਤੇ ਦੂਰ ਅੰਦੇਸ਼ੀ ਗੁਰੂ ਸਾਹਿਬ ਜੀ ਦੀ ਸਿੱਖਿਆ ਦੀਖਿਆ ਹੋਣੀ ਆਰੰਭ ਹੋ ਗਈ। ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ ਆਪ ਜੀ ਨੇ ਸ਼ਸਤਰ ਵਿੱਦਿਆ ਦੀ ਸਿਖਲਾਈ ਪ੍ਰਾਪਤ ਕਰਕੇ ਚੰਗੀ ਮੁਹਾਰਤ ਹਾਸਲ ਕਰ ਲਈ। ਆਪ ਤੇਗ ਦੇ ਧਨੀ ਹੋ ਗਏ। 15 ਅੱਸੂ ਸੰਮਤ 1699 ਵਿੱਚ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਨਿਵਾਸੀ ਲਾਲ ਚੰਦ ਜੀ ਦੀ ਪੁੱਤਰੀ ਗੁਜਰੀ ਜੀ ਆਪ ਜੀ ਦੇ ਮਹਿਲ ਹੋ ਗਏ। ਆਪ ਗ੍ਰਸਥ ਜੀਵਨ ਵਿੱਚ ਵਿਚਰੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਪ੍ਰਭੂ ਨਾਲ ਇੱਕ ਸੁਰ ਸਨ। ਆਪ ਨੇ ਸਰਬ ਵਿਆਪੀ ਅਕਾਲ ਪੁਰਖ ਦੀ ਹੋਂਦ, ਸੰਸਾਰ ਦੀ ਨਾਸ਼ਵਾਨਤਾ ਅਤੇ ਵੈਰਾਗ ਦੀ ਸਿਧਾਂਤਕ ਪ੍ਰੌੜਤਾ ਕਰਦੇ ਹੋਏ ਬਾਣੀ ਉਚਾਰੀ। ਆਪ ਜੀ ਨੇ 15 ਰਾਗਾਂ ਵਿੱਚ 59 ਸ਼ਬਦ ਉਚਾਰੇ। ਇਸ ਤੋਂ ਇਲਾਵਾ ਆਪ ਜੀ ਨੇ 57 ਸ਼ਲੋਕ ਵੀ ਉਚਾਰਨ ਕੀਤੇ। ਆਪ ਜੀ ਗੌੜੀ ਰਾਗ ਵਿੱਚ ਉਚਾਰਿਤ ਸ਼ਬਦ ਵਿੱਚ ਗੋਬਿੰਦ ਦੇ ਗੁਣ ਗਾਇਨ ਕਰਨ ਦਾ ਪੈਗਾਮ ਦੇ ਗਏ ਤੇ ਮਨ ਦੇ ਮਾਣ ਨੂੰ ਤਿਆਗਣ ਦੀ ਜੀਵਨ ਜਾਚ ਸਿਖਾ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੰਮਤ 1701 ਬਿਕਰਮੀ ਵਿੱਚ ਆਪਣੇ ਮਾਤਾ ਜੀ ਅਤੇ ਮਹਿਲ ਗੁਜਰੀ ਜੀ ਨਾਲ ਸ਼੍ਰੀ ਕੀਰਤਪੁਰ ਸਾਹਿਬ ਤੋਂ ਆਪਣੇ ਨਾਨਕੇ ਨਗਰ ਬਕਾਲਾ ਵਿਖੇ ਆ ਗਏ। ਇੱਥੇ ਹੀ ਆਪ ਜੀ ਨੇ ਇਕਾਂਤਵਾਸ ਵਿੱਚ ਮਹਾਨ ਤਪ ਕੀਤਾ। ਦਰਅਸਲ ਇਹ ਮਹਾਨ ਇਬਾਦਤ ਮਹਾਨ ਤਪਸਵੀ ਗੁਰੂ ਜੀ ਦੁਆਰਾ ਇੱਕ ਗੁਹਜ ਸੰਕਲਪ ਦਾ ਮਹਾਨ ਚਿੰਤਨ ਸੀ ਜੋ ਭਵਿੱਖ ਵਿੱਚ ਮੂਰਤੀਮਾਨ ਹੋਣਾ ਸੀ। ਬਾਬਾ ਬਕਾਲਾ ਵਿਖੇ ਉਹ ਤਪ ਸਥਾਨ ਮੌਜੂਦ ਹੈ। 6ਵੇਂ ਪਾਤਸ਼ਾਹ ਉਪਰੰਤ ਗੁਰੂ ਹਰ ਰਾਏ ਸਾਹਿਬ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਰਹੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਵਿੱਚ ਜੋਤੀ ਜੋਤ ਸਮਾਏ ਤਾਂ ਉਸ ਤੋਂ ਪਹਿਲਾਂ ਅਗਲੇ ਗੁਰੂ ਜੀ ਦਾ ਸੰਕੇਤ ਕਰ ਗਏ, ਬਾਬਾ ਬਕਾਲੇ। 8ਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਸੰਕੇਤ ਬਾਬਾ ਬਕਾਲੇ ਅਨੁਸਾਰ ਭਾਈ ਮੱਖਣ ਸ਼ਾਹ ਬਕਾਲੇ ਪੁੱਜ ਗਏ ਅਤੇ ਸੱਚੇ ਗੁਰੂ ਦੀ ਭਾਲ ਕਰਦੇ ਕਰਦੇ ਜਿੱਥੇ ਬਕਾਲਾ ਵਿਖੇ 22 ਦੰਭੀ ਗੁਰੂ ਬਣੀ ਬੈਠੇ ਸਨ, ਭਾਈ ਸਾਹਿਬ ਜਦੋਂ ਕਿਸੇ ਦੇ ਸੰਕੇਤ ਅਨੁਸਾਰ
ਬਾਬਾ ਬਕਾਲਾ ਵਿਖੇ ਇੱਕ ਭੋਰੇ ਦੇ ਪਾਸ ਪਹੁੰਚੇ, ਜਿੱਥੇ ਮਾਤਾ ਜੀ ਪਹਿਰਾ ਦੇ ਰਹੇ ਸਨ। ਮਾਤਾ ਜੀ ਪਾਸੋਂ ਆਗਿਆ ਲੈ ਕੇ ਗੁਰੂ ਸਾਹਿਬ ਜੀ ਪਾਸ ਪਹੁੰਚ ਕੇ ਨਤਮਸਤਕ ਹੋਏ ਤਾਂ ਗੁਰੂ ਸਾਹਿਬ ਨੇ ਭਾਈ ਮੱਖਣ ਸ਼ਾਹ ਲੁਬਾਣਾ ਦੇ ਮਨ ਦੀ ਅਵਸਥਾ ਜਾਣ ਕੇ ਉਸ ਨੂੰ ਨਿਹਾਲ ਕਰ ਦਿੱਤਾ। ਭਾਈ ਮੱਖਣ ਸ਼ਾਹ ਨੇ ਮਹਿਸੂਸ ਕੀਤਾ ਕਿ ਸੱਚੇ ਗੁਰੂ ਇਹੀ ਨੇ। ਉਸਨੇ ਇਹ ਬਾਤ ਜਗ ਜ਼ਾਹਰ ਕਰ ਦਿੱਤੀ। ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਗੁਰਗੱਦੀ ਪ੍ਰਾਪਤ ਕਰਨ ਉਪਰੰਤ ਗੁਰੂ ਜੀ ਨੇ ਸੰਮਤ 1722 ਬਿਕਰਮੀ ਵਿੱਚ ਸੁਰੱਖਿਆ ਦੇ ਨਜ਼ਰੀਏ ਨਾਲ ਕਹਿਲੂਰ ਦੇ ਰਾਜੇ ਪਾਸੋਂ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ਵਿੱਚ ਸਤਲੁਜ ਦੇ ਕੰਢੇ ਮਾਖੋਵਾਲ ਸਥਾਨ ਦੀ ਜ਼ਮੀਨ ਮੁੱਲ ਖਰੀਦ ਲਈ ਅਤੇ ਨਗਰ ਵਸਾ ਦਿੱਤਾ, ਜਿਸ ਦਾ ਪਹਿਲਾ ਨਾਂ ਚੱਕ ਮਾਤਾ ਨਾਨਕੀ ਸੀ। ਸਮੇਂ ਦੇ ਨਾਲ ਇਹ ਨਗਰ ਆਨੰਦਪੁਰ ਸਾਹਿਬ ਪ੍ਰਸਿੱਧ ਹੋ ਗਿਆ। ਪਟਨਾ ਸਾਹਿਬ ਵਿਖੇ ਪੋਹ ਸੁਦੀ 7ਵੀਂ ਸੰਮਤ 1723 ਬਿਕਰਮੀ ਨੂੰ ਆਪ ਜੀ ਦੇ ਗ੍ਰਹਿ ਵਿਖੇ ਬਾਲ ਗੋਬਿੰਦ ਰਾਏ ਜੀ ਦਾ ਜਨਮ ਹੋ ਗਿਆ। ਕੁਝ ਸਮੇਂ ਬਾਅਦ ਗੁਰੂ ਜੀ ਸੰਮਤ 1725 ਬਿਕਰਮੀ ਵਿੱਚ ਵਾਪਸ ਆਨੰਦਪੁਰ ਸਾਹਿਬ ਆ ਗਏ ਅਤੇ ਫਿਰ ਪਰਿਵਾਰ ਨੂੰ ਵੀ ਸੰਮਤ 1729 ਬਿਕਰਮੀ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸੱਦ ਲਿਆ। ਵਕਤੀ ਹੁਕਮਰਾਨ ਔਰੰਗਜ਼ੇਬ ਦੀ ਹਕੂਮਤ ਜੋਬਨ ਤੇ ਸੀ, ਜਿਸ ਨੇ ਜਬਰੀ ਧਰਮ ਪਰਿਵਰਤਨ ਲਹਿਰ ਦਾ ਮੁੱਖ ਨਿਸ਼ਾਨਾ ਕਸ਼ਮੀਰੀ ਪੰਡਤਾਂ ਨੂੰ ਬਣਾਇਆ ਸੀ। ਸੰਮਤ 1732 ਬਿਕਰਮੀ ਵਿੱਚ ਹੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁਕਮਰਾਨ ਦੇ ਜ਼ੁਲਮ ਤੋਂ ਡਰੇ ਹੋਏ ਦੁਖੀ ਪੰਡਤਾਂ ਦਾ ਵਫਦ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਸ ਆਇਆ। ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਦੀ ਪੁਕਾਰ ਸੁਣੀ ਤੇ ਆਪਣੇ ਪੁੱਤਰ ਗੋਬਿੰਦ ਰਾਏ ਜੀ ਦੀ ਸੂਝਵਾਨਤਾ ਅਤੇ ਦਲੇਰੀ ਵਾਲੇ ਬਚਨ ਸੁਣ ਕੇ ਦਰ ਆਇਆਂ ਦੀ ਬਾਂਹ ਪਕੜੀ ਤੇ ਫਰਮਾਇਆ ਕਿ ਬਾਦਸ਼ਾਹ ਨੂੰ ਕਹਿ ਦਿਓ ਤੇਗ ਬਹਾਦਰ ਨੂੰ ਮਨਾ ਲਓ ਤਾਂ ਅਸੀਂ ਵੀ ਧਰਮ ਪਰਿਵਰਤਨ ਕਰ ਲਵਾਂਗੇ। ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੈ ਬਾਂਹ ਨਾ ਛੋਡੀਐ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈ ਐ ਧਰਮ ਨਾ ਛੋਡੀਐ। ਆਪ ਨੇ ਪੁੱਤਰ ਨੂੰ ਗੁਰਤਾ ਗੱਦੀ ਤੇ ਵਾਰਿਸ ਹੋਣ ਦਾ ਹੁਕਮ ਕਰਕੇ ਆਪਣੀ ਬਲੀਦਾਨ ਯਾਤਰਾ ਦਿੱਲੀ ਵੱਲ ਆਰੰਭ ਕਰ ਦਿੱਤੀ। ਗੁਰੂ ਜੀ ਨੂੰ ਡਰਾਉਣ ਲਈ ਸਿੱਖਾਂ ਨੂੰ ਤਸੀਹੇ ਦਿੱਤੇ ਗਏ। ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ, ਭਾਈ ਸਤੀ ਦਾਸ ਜੀ ਨੂੰ ਜਿਉਂਦਾ ਰੂੰ ਵਿੱਚ ਲਪੇਟ ਕੇ ਅੱਗ ਲਗਾ ਕੇ ਸਾੜ ਕੇ ਤੇ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਪਰ ਗੁਰੂ ਜੀ ਨੇ ਭੈ ਕਾਹੂ ਕੋ ਦੇਤ ਨਾਹੀ ਭੈ ਮਾਨਤ ਆਨ ਦਾ ਸਿਧਾਂਤ ਦ੍ਰਿੜ ਕਰਵਾਉਣਾ ਸੀ। ਅੰਤ ਮੱਘਰ ਸੁਦੀ 5 ਸੰਮਤ 1732 ਬਿਕਰਮੀ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਬੋਹੜ ਦੇ ਦਰਖਤ ਦੇ ਪਾਸ ਖੂਹ ਵਿੱਚੋਂ ਜਲ ਲੈ ਕੇ ਇਸ਼ਨਾਨ ਕੀਤਾ, ਚੌਂਕੜਾ ਮਾਰ ਕੇ ਬਾਣੀ ਦਾ ਪਠਨ ਕਰਨ ਲੱਗ ਪਏ। ਉਧਰੋਂ ਕਾਜ਼ੀ ਨੇ ਮੌਤ ਦਾ ਫਤਵਾ ਪੜ੍ਹ ਦਿੱਤਾ ਸੀ। ਜੱਲਾਦ ਨੇ ਗੁਰੂ ਸਾਹਿਬ ਜੀ ਦਾ ਸੀਸ ਧੜ ਤੋਂ ਜੁਦਾ ਕਰ ਦਿੱਤਾ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿਨਾ ਬੜਾ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਸੀਸ ਦਿਆ ਪਰ ਸੀਨਾ ਉਤਰੇ ਨਾਟਕ ਹੇਟਕ ਕੀਏ ਹੁਕਾ ਜਾ धर्म है तू साका जन किया
धर्म हेत साका जिन किया, शीस दिया पर सिर ना दिया। नाटक चेटक किए काजा, प्रभ लोगन कह आवत लाजा। प्रभ लोगन कह आवत लाजा, तेग बहादुर के चलत, तेग बहादुर के चलत, पयो जगत को शौक है सब जग भयो, है सब जग, है सब जग भयो, है सब जग भयो। जय 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 सुरलोक, जय 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 सुरलोक, जय 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 सुरलोक। तेग बहादुर के चलत, तेग बहादुर के, तेग बहादुर के चलत, तेग बहादुर के चलत, भयो जगत को ठीक कर फोर दलीस सिर, प्रभपुर किया पयान। तेग बहादुर सी क्रिया, करी ना किन्हू आन। तेग बहादुर के चलत, पयो जगत में शोक। है सब जग पयो, जय 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 सुरलोक। गुरु साहिब ने हिंदू धर्म की रख्या लई तिलक जंजू की रख्या वास्ते अपना सीस बलिदान कर दिता। इस महान शहादत नूं वेख के हाहाकार मच गई। चांदनी चौक दिल्ली विखे जिथे गुरु साहिब जी की शहादत हुई, गुरुद्वारा श्री सीसगंज साहिब धर्म हेत इस महान साके की गवाही भरदा है। दिल्ली विखे ही गुरुद्वारा रकाबगंज साहिब है। ये गुरु साहिब दे शरीर दे अंतिम संस्कार वाला स्थान है। आनंदपुर साहिब की धरती उत्ते साहिब श्री गुरु तेग बहादुर जी दे पावन सीस का अंतिम संस्कार कर दिता गया। गुरु साहिब बारे तां पहलां ही ये बचन हो गए सन, प्रगट भए गुरु तेग बहादुर, सगल सृष्ट पै टापी चादर।